ਪੂਰੀ ਦੁਨੀਆ ਦੇ ਵਿੱਚ ਅਫਗਾਨਿਸਤਾਨ ਦੀ ਅਫੀਮ ਮਸ਼ਹੂਰ ਹੈ। ਤਾਲਿਬਾਨ ਦਾ ਦਾਅਵਾ ਹੈ ਕਿ ਜਦੋਂ ਪਿਛਲੀ ਵਾਰ ਉਹ ਸੱਤਾ ਵਿੱਚ ਸਨ ਤਾਂ ਅਫੀਮ ਦੀ ਖੇਤੀ ਬੰਦ ਕਰ ਦਿੱਤੀ ਗਈ ਸੀ ਅਤੇ ਗੈਰ ਕਾਨੂੰਨੀ ਦਵਾਈਆਂ 'ਤੇ ਰੋਕ ਲਗਾ ਦਿੱਤੀ ਗਈ ਸੀ। ਹਾਲਾਂਕਿ ਤਾਲਿਬਾਨ ਦੀ ਪਿਛਲੀ ਸਰਕਾਰ ਦੇ ਸਮੇਂ ਸਾਲ 2001 ਵਿੱਚ ਅਫੀਮ ਦੀ ਖੇਤੀ ਵਿੱਚ ਬਹੁਤ ਤੇਜ਼ੀ ਦੇ ਨਾਲ ਗਿਰਾਵਟ ਆਈ ਸੀ, ਪਰ ਇਸ ਦੇ ਮਗਰਲੇ ਸਾਲਾਂ ਵਿੱਚ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਅਫੀਮ ਦੀ ਖੇਤੀ ਕਾਫੀ ਵਧੀ ਸੀ। ਦੋਸਤੋ, ਅਫੀਮ ਸਿਰਫ ਅਫੀਮ ਤੱਕ ਸੀਮਤ ਨਹੀਂ, ਇਸ ਤੋਂ ਹੋਰ ਵੀ ਬਹੁਤ ਸਾਰੇ ਨਸ਼ੇ ਤਿਆਰ ਕੀਤੇ ਜਾਂਦੇ ਨੇ, ਜਿਨ੍ਹਾਂ ਵਿੱਚ ਸਭ ਤੋਂ ਸਰੇ ਫਹਿਰਿਸਤ ਹੈਰੋਇਨ ਦਾ ਨਾਮ ਆਉਂਦਾ ਹੈ। ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਮੁਤਾਬਕ ਅਫਗਾਨਿਸਤਾਨ ਦੁਨੀਆ ਦਾ ਸਭ ਤੋਂ ਵੱਡਾ ਅਫੀਮ ਉਤਪਾਦਕ ਦੇਸ਼ ਹੈ। ਦੁਨੀਆ ਦੀ ਕਰੀਬ 80% ਤੋਂ ਵਧੇਰੇ ਅਫੀਮ ਇੱਥੇ ਤਿਆਰ ਕੀਤੀ ਜਾਂਦੀ ਹੈ। 2018 ਦੇ ਵਿੱਚ ਇੱਕ ਅੰਦਾਜ਼ੇ ਦੇ ਮੁਤਾਬਕ ਅਫੀਮ ਦੇ ਉਤਪਾਦਨ ਨੇ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ 11% ਦਾ ਯੋਗਦਾਨ ਪਾਇਆ ਸੀ। ਤਾਲਿਬਾਨ ਦੁਆਰਾ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਉਹਨਾਂ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਇਹ ਕਿਹਾ ਕਿ ਜਦੋਂ ਅਸੀਂ ਪਹਿਲਾਂ ਸੱਤਾ ਵਿੱਚ ਸੀ ਤਾਂ ਨਸ਼ਿਆਂ ਦਾ ਉਤਪਾਦਨ ਨਹੀਂ ਸੀ ਹੁੰਦਾ। ਉਹਨਾਂ ਕਿਹਾ ਕਿ ਅਸੀਂ ਫਿਰ ਇੱਕ ਵਾਰ ਅਫੀਮ ਦੀ ਉਤਪਾਦ ਨੂੰ ਜ਼ੀਰੋ 'ਤੇ ਲੈ ਕੇ ਆਵਾਂਗੇ ਅਤੇ ਫਿਰ ਇੱਥੇ ਤਸਕਰੀ ਵੀ ਨਹੀਂ ਹੋਵੇਗੀ। ਪਰ ਉੱਧਰ ਅਮਰੀਕੀ ਵਿਦੇਸ਼ੀ ਵਿਭਾਗ ਦੇ ਅਨੁਸਾਰ ਪਹਿਲਾਂ ਤਾਲਿਬਾਨ ਦੇ ਸ਼ਾਸਨ ਦੌਰਾਨ ਅਫੀਮ ਦੀ ਖੇਤੀ ਵਿੱਚ ਵਾਧਾ ਹੋਇਆ ਸੀ। ਸਾਲ 1998 ਦੇ ਵਿੱਚ ਲਗਭਗ 41,000 ਹੈਕਟੇਅਰ ਤੋਂ ਲੈ ਕੇ ਸਾਲ 2000 ਦੇ ਵਿੱਚ 64,000 ਹੈਕਟੇਅਰ ਤੋਂ ਵੱਧ ਜ਼ਮੀਨ 'ਤੇ ਇਸ ਦੀ ਖੇਤੀ ਕੀਤੀ ਜਾ ਰਹੀ ਸੀ। ਇਸ ਦਾ ਖੇਤੀ ਮੁੱਖ ਤੌਰ 'ਤੇ ਤਾਲਿਬਾਨ ਦੇ ਕਬਜ਼ੇ ਵਾਲੇ ਹੈਲਮੰਡ ਸੂਬੇ ਵਿੱਚ ਕੀਤੀ ਜਾਂਦੀ ਸੀ, ਜੋ ਕਿ ਵਿਸ਼ਵ ਦੇ ਗੈਰ ਕਾਨੂੰਨੀ ਅਫੀਮ ਉਤਪਾਦਨ ਦਾ 39% ਹਿੱਸਾ ਹੈ। ਪਰ ਜੁਲਾਈ 2000 ਦੇ ਵਿੱਚ ਤਾਲਿਬਾਨ ਨੇ ਉਹਨਾਂ ਦੇ ਕਬਜ਼ੇ ਵਾਲੇ ਖੇਤਰਾਂ ਦੇ ਵਿੱਚ ਅਫੀਮ ਭੁੱਕੀ ਦੀ ਖੇਤੀ ਉੱਤੇ ਪਾਬੰਦੀ ਲਗਾ ਦਿੱਤੀ ਸੀ। ਮਈ 2001 ਦੇ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਵਿੱਚ ਤਾਲਿਬਾਨ ਦੇ ਹੇਠਲੇ ਖੇਤਰਾਂ ਵਿੱਚ ਅਫੀਮ ਦੀ ਖੇਤੀ ਨੂੰ ਖਤਮ ਕਰਨ ਲਈ ਲਗਾਈ ਪਾਬੰਦੀ ਨੂੰ ਪੂਰੀ ਤਰ੍ਹਾਂ ਸਫਲ ਪਾਇਆ ਗਿਆ ਸੀ। ਤਾਲਿਬਾਨ ਦੇ ਦੁਆਰਾ ਅਫੀਮ ਭੁੱਕੀ ਦੀ ਖੇਤੀ 'ਤੇ ਪਾਬੰਦੀ ਲਗਾਉਣ ਤੋਂ ਬਾਅਦ 2001 ਅਤੇ 2002 ਵਿੱਚ ਵਿਸ਼ਵ ਪੱਧਰ 'ਤੇ ਅਫੀਮ ਅਤੇ ਹੈਰੋਇਨ ਜ਼ਬਤ ਕਰਨ ਦੇ ਮਾਮਲਿਆਂ ਵਿੱਚ ਵੱਡੀ ਗਿਰਾਵਟ ਆਈ ਸੀ, ਪਰ ਉਦੋਂ ਤੋਂ ਹੁਣ ਤੱਕ ਬਹੁਤ ਕੁਝ ਬਦਲ ਗਿਆ ਹੈ। ਹਾਲਾਂਕਿ ਸਾਬਕਾ ਸਰਕਾਰ ਦੁਆਰਾ ਹਾਲ ਹੀ ਦੇ ਵਿੱਚ ਆਪਣੇ ਕਬਜ਼ੇ ਵਾਲੇ ਖੇਤਰਾਂ ਵਿੱਚ ਖੇਤੀ ਕੀਤੀ ਗਈ ਹੈ, ਪਰ ਜ਼ਿਆਦਾਤਰ ਅਫੀਮ ਦੀ ਖੇਤੀ ਤਾਲਿਬਾਨ ਦੇ ਕਬਜ਼ੇ ਵਾਲੇ ਖੇਤਰ ਵਿੱਚ ਹੀ ਕੇਂਦਰਿਤ ਰਹੀ ਹੈ। ਮਿਸਾਲ ਦੇ ਵਜੋਂ ਸਾਲ 2020 ਦੇ ਵਿੱਚ ਤਾਲਿਬਾਨ ਦੇ ਅਧਿਕਾਰ ਹੇਠਲੇ ਹੈਲਮੰਡ ਸੂਬੇ ਵਿੱਚ ਇਸ ਦੀ ਸਭ ਤੋਂ ਜ਼ਿਆਦਾ ਖੇਤੀ ਕੀਤੀ ਗਈ ਸੀ। ਹੁਣ ਜੇਕਰ ਗੱਲ ਪੈਸੇ ਦੀ ਕੀਤੀ ਜਾਵੇ ਕਿ ਤਾਲਿਬਾਨ ਅਫੀਮ ਤੋਂ ਪੈਸਾ ਕਿਵੇਂ ਕਮਾਉਂਦਾ ਹੈ, ਤਾਂ ਅਫਗਾਨਿਸਤਾਨ ਦੇ ਵਿੱਚ ਅਫੀਮ ਦੀ ਖੇਤੀ ਰੁਜ਼ਗਾਰ ਦਾ ਇੱਕ ਸਭ ਤੋਂ ਮੁੱਖ ਸਰੋਤ ਹੈ। UNODC ਅਫਗਾਨਿਸਤਾਨ ਦੇ ਅਫੀਮ ਸਰਵੇਖਣ ਦੇ ਅਨੁਸਾਰ ਸਾਲ 2019 ਦੇ ਵਿੱਚ ਅਫੀਮ ਦੀ ਖੇਤੀ ਨੇ ਲਗਭਗ 1,20,000 ਨੌਕਰੀਆਂ ਮੁਹੱਈਆ ਕਰਵਾਈਆਂ। ਉੱਧਰ ਅਮਰੀਕੀ ਵਿਦੇਸ਼ੀ ਵਿਭਾਗ ਦਾ ਕਹਿਣਾ ਹੈ ਕਿ ਤਾਲਿਬਾਨ ਅਫੀਮ ਦੀ ਖੇਤੀ 'ਤੇ ਟੈਕਸ ਦੇ ਰਾਹੀਂ ਅਤੇ ਅਸਿੱਧੇ ਤੌਰ 'ਤੇ ਪ੍ਰੋਸੈਸਿੰਗ ਅਤੇ ਤਸਕਰੀ ਦੇ ਰਾਹੀਂ ਮੁਨਾਫਾ ਕਮਾਉਂਦਾ ਹੈ। ਇਸ ਦੇ ਲਈ ਕਿਸਾਨਾਂ ਤੋਂ ਕਥਿਤ ਤੌਰ 'ਤੇ 10% ਕਾਸ਼ਤ ਟੈਕਸ ਵਸੂਲਿਆ ਜਾਂਦਾ ਹੈ ਅਤੇ ਅਫੀਮ ਨੂੰ ਹੈਰੋਇਨ ਵਿੱਚ ਤਬਦੀਲ ਕਰਨ ਵਾਲੀਆਂ ਪ੍ਰਯੋਗਸ਼ਾਲਾ ਤੋਂ ਵੀ ਟੈਕਸ ਵਸੂਲਿਆ ਜਾਂਦਾ ਹੈ ਅਤੇ ਨਾਲ ਹੀ ਉਹਨਾਂ ਵਪਾਰੀਆਂ ਤੋਂ ਵੀ ਜੋ ਕਿ ਗੈਰ ਕਾਨੂੰਨੀ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਦੇ ਨੇ। ਨਸ਼ਿਆਂ ਦੇ ਗੈਰ ਕਾਨੂੰਨੀ ਵਪਾਰ ਦੇ ਵਿੱਚ ਤਾਲਿਬਾਨ ਦਾ ਜਿਵੇਂ ਕਿ ਅੰਦਾਜ਼ੇ ਹਨ ਕਿ 10 ਕਰੋੜ ਡਾਲਰ ਤੋਂ 40 ਕਰੋੜ ਡਾਲਰ ਤੱਕ ਦਾ ਮੁਨਾਫਾ ਹੈ। ਅਫਗਾਨ ਪੁਨਰ ਨਿਰਮਾਣ ਸਿਗਰ ਦੇ ਵਿਸ਼ੇਸ਼ ਇੰਸਪੈਕਟਰ ਜਨਰਲ ਦੀ ਰਿਪੋਰਟ ਦੇ ਵਿੱਚ ਅਮਰੀਕੀ ਕਮਾਂਡਰ ਜਨਰਲ ਜੌਨ ਨਿਕਲਸਨ ਦਾ ਕਹਿਣਾ ਹੈ ਕਿ ਤਾਲਿਬਾਨ ਦੀ ਸਾਲਾਨਾ ਆਮਦਨੀ ਦਾ 60% ਹਿੱਸਾ ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਆਉਂਦਾ ਹੈ।
ਹਾਲਾਂਕਿ ਕੁਝ ਮਾਹਿਰ ਇਸ ਅੰਕੜੇ ਦੇ ਨਾਲ ਸਹਿਮਤ ਨਹੀਂ। ਗੈਰ ਕਾਨੂੰਨੀ ਨਸ਼ੀਲੀ ਪਦਾਰਥਾਂ ਦੇ ਵਪਾਰ ਅਤੇ ਖੋਜਕਾਰ ਡੇਵਿਡ ਮੈਨਸਫੀਲਡ ਕਹਿੰਦੇ ਨੇ ਕਿ ਸੰਯੁਕਤ ਰਾਸ਼ਟਰ ਅਤੇ ਹੋਰ ਦੁਆਰਾ ਕਹੀ ਗਈ ਟੈਕਸ ਪ੍ਰਣਾਲੀ ਜ਼ਮੀਨੀ ਤੌਰ ਤੇ ਦੇਖਣ ਵਿੱਚ ਨਹੀਂ ਆਉਂਦੀ। ਇਹ ਪ੍ਰਬੰਧਕੀ ਅਤੇ ਆਰਥਿਕ ਦੋਵਾਂ ਰੂਪਾਂ ਵਿੱਚ ਕੰਮ ਨਹੀਂ ਕਰਦੀ। ਅਫੀਮ ਤੋਂ ਕਮਾਏ ਗਏ ਟੈਕਸ ਵੱਧ ਤੋਂ ਵੱਧ $4 ਕਰੋੜ ਸਾਲਾਨਾ ਦੇ ਹਨ। ਅਗਰ ਦੋਸਤੋ ਇਹ ਜਾਣੀਏ ਕਿ ਨਸ਼ਾ ਜਾਂਦਾ ਕਿੱਥੇ ਹੈ, ਤਾਂ ਅਫਗਾਨਿਸਤਾਨ ਦੇ ਵਿੱਚ ਉਗਾਈ ਜਾਂਦੀ ਅਫੀਮ ਤੋਂ ਬਣੀ ਹੈਰੋਇਨ ਯੂਰਪ ਦੇ ਬਾਜ਼ਾਰ ਦਾ 95% ਹੈ। ਹਾਲਾਂਕਿ ਯੂਐਸ ਡਰੱਗ ਐਨਫੋਰਸਮੈਂਟ ਏਜੰਸੀ ਦੇ ਅਨੁਸਾਰ ਯੂਐਸ ਵਿੱਚ ਆਉਣ ਵਾਲੀ ਹੈਰੋਇਨ ਦਾ ਸਿਰਫ 1% ਹੀ ਅਫਗਾਨਿਸਤਾਨ ਤੋਂ ਆਉਂਦਾ ਹੈ, ਜਦ ਕਿ ਇਸ ਦਾ ਜ਼ਿਆਦਾਤਰ ਹਿੱਸਾ ਮੈਕਸੀਕੋ ਤੋਂ ਆਉਂਦਾ ਹੈ। ਸਾਲ 2017 ਅਤੇ 2020 ਦੇ ਦਰਮਿਆਨ ਅਫੀਮ ਦੇ ਨਾਲ ਬਣੇ ਨਸ਼ੀਲੇ ਪਦਾਰਥਾਂ ਦਾ 90% ਤੋਂ ਵੱਧ ਹਿੱਸਾ ਸੜਕ ਮਾਰਗ ਦੇ ਰਾਹੀਂ ਸਪਲਾਈ ਕੀਤਾ ਗਿਆ ਹੈ। ਹਾਲ ਹੀ ਦੇ ਵਿੱਚ ਹਿੰਦ ਮਹਾਸਾਗਰ ਅਤੇ ਯੂਰਪ ਦੇ ਵਿਚਕਾਰ ਸਮੁੰਦਰੀ ਮਾਰਗਾਂ ਤੇ ਵੀ ਇਸ ਦੇ ਬਰਾਮਦ ਹੋਣ ਦੇ ਮਾਮਲੇ ਵਧੇ ਨੇ। ਹਾਲਾਂਕਿ ਇਸ ਦੇ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ ਅਤੇ ਆਏ ਵੀ ਨੇ। ਅਫਗਾਨਿਸਤਾਨ ਦੇ ਵਿੱਚ ਅਫੀਮ ਦੀ ਖੇਤੀ ਅਤੇ ਇਸ ਦੇ ਉਤਪਾਦਨ ਦੇ ਨਾਲ ਸੰਬੰਧਿਤ ਜ਼ਬਤੀਆਂ ਦੇ ਵਿੱਚ ਪਿਛਲੇ 2 ਦਹਾਕਿਆਂ ਦੇ ਦੌਰਾਨ ਕਾਫੀ ਤੇਜ਼ੀ ਆਈ ਹੈ। ਸਿੰਗਰ ਦੇ ਅਨੁਸਾਰ ਨਸ਼ੀਲੇ ਪਦਾਰਥਾਂ ਦੇ ਬਰਾਮਦ ਹੋਣ ਅਤੇ ਇਹਨਾਂ ਦੇ ਲਈ ਹੋਣ ਵਾਲੀਆਂ ਗ੍ਰਿਫਤਾਰੀਆਂ ਦਾ ਦੇਸ਼ ਦੇ ਵਿੱਚ ਅਫੀਮ ਦੀ ਖੇਤੀ ਤੇ ਬਹੁਤ ਘੱਟ ਪ੍ਰਭਾਵ ਪਿਆ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ 2008 ਵਿੱਚ ਹੋਣ ਵਾਲੀ ਅਫੀਮ ਦੀ ਬਰਾਮਦਗੀ ਸਾਲ 2019 ਵਿੱਚ ਦੇਸ਼ ਦੁਆਰਾ ਪੈਦਾ ਕੀਤੀ ਗਈ ਅਫੀਮ ਦੇ ਮਹਿਜ਼ 8% ਦੇ ਬਰਾਬਰ ਹੈ। ਸੋ ਦੋਸਤੋ, ਅਗਰ ਵੇਖਿਆ ਜਾਵੇ ਤਾਂ ਅਫਗਾਨਿਸਤਾਨ ਨੂੰ ਇਸੇ ਹੀ ਨਸ਼ੇ ਦੇ ਕੋੜ ਨੇ ਕਿੱਥੇ ਦਾ ਕਿੱਥੇ ਪਹੁੰਚਾ ਦਿੱਤਾ, ਕਿਉਂਕਿ ਪੰਛੀ ਕੀੜਿਆਂ ਨੂੰ ਖਾਂਦੇ ਨੇ, ਪਰ ਜਦੋਂ ਉਹ ਪੰਛੀ ਮਰ ਜਾਂਦੇ ਨੇ ਤਾਂ ਉਹੀ ਕੀੜੇ ਉਹਨਾਂ ਨੂੰ ਖਾ ਜਾਂਦੇ ਨੇ। ਇਸ ਲਈ ਇਹ ਅੱਗ ਅਫਗਾਨਿਸਤਾਨ ਦੇ ਬੁੱਕਲ ਦੇ ਵਿੱਚ ਲੱਗੀ ਹੋਈ ਹੈ ਅਤੇ ਇਹ ਇਸ ਲਈ ਲੱਗੀ ਹੈ ਕਿ ਉਹ ਅੱਗ ਦੂਸਰਿਆਂ ਦੇ ਲਈ ਲਗਾਈ ਜਾ ਰਹੀ ਸੀ, ਕਿਉਂਕਿ ਇੱਕ ਦਰਖਤ ਤੋਂ ਲੱਖਾਂ ਮਾਚਿਸ ਦੀਆਂ ਤੀਲੀਆਂ ਬਣਦੀਆਂ ਨੇ, ਪਰ ਇੱਕ ਤੀਲੀ ਵੀ ਲੱਖਾਂ ਦਰਖਤਾਂ ਨੂੰ ਅੱਗ ਲਗਾ ਦਿੰਦੀ ਹੈ।